ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 748 ਅੰਗ ਤੇ ਕਥਾ ਪਹੁੰਚੀ ਆ। ਰਾਗ ਸੂਹੀ ਦੇ 50 ਸ਼ਬਦ ਗੁਰੂ ਸਾਹਿਬ ਦੀ ਕਿਰਪਾ ਨਾਲ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। 51ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਜੋ ਕਿਛ ਕਰੈ ਸੋਈ ਪ੍ਰਭ ਮਾਨਹਿ, ਓਏ RAM ਨਾਮ ਰੰਗ ਰਾਤੇ। ਰਾਗ ਸੂਹੀ ਹੈ ਔਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਅੰਮ੍ਰਿਤ ਵਾਕ ਹਨ। ਤਤੀ ਤਵੀ ਤੇ ਬਹਿ ਕੇ ਜਿਹੜੀ ਖੇਡ ਵਿੱਚ ਸਤਿਗੁਰੂ ਜੀ ਵਰਤੇ ਹਨ, ਉਹ ਇੱਥੇ ਵੀ ਵਰਣਨ ਕਰ ਰਹੇ ਨੇ ਕਿ ਹੇ ਪ੍ਰਭੂ, ਜੋ ਕੁਝ ਤੁਸੀਂ ਕਰਦੇ ਹੋ ਰੱਬ ਦੇ ਪਿਆਰੇ ਉਸ ਨੂੰ ਸਤ ਕਰਕੇ ਮਿੱਠਾ ਕਰਕੇ ਮੰਨਦੇ ਨੇ। ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਉਹ ਪ੍ਰਭੂ ਦੀ ਰਜ਼ਾ ਚ ਰਹਿੰਦੇ। ਦੂਜਾ ਭਾਵ ਅਰਥ ਏਦਾਂ ਵੀ ਹੈ ਕਿ ਜਿਹੜੇ ਗੁਰਮੁਖ ਰਾਮ ਦੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਹਨ, ਉਹ ਜੋ ਕੁਝ ਕਰਦੇ ਨੇ, ਜੋ ਬੇਨਤੀ ਕਰਦੇ ਨੇ, ਜੋ ਅਰਜ਼ੋਈ ਕਰਦੇ ਨੇ, ਅਕਾਲ ਪੁਰਖ ਪ੍ਰਭੂ ਜੀ ਉਹਨਾਂ ਦੀ ਕੀਤੀ ਹੋਈ ਹਰ ਇੱਕ ਅਰਦਾਸ ਨੂੰ ਮੰਨਦੇ ਨੇ, ਕਬੂਲ ਕਰਦੇ ਨੇ। ਜਿਹੜੇ ਰਾਮ ਦੇ ਨਾਮ ਦੇ ਰੰਗ ਵਿੱਚ ਰੱਤੇ ਹੋਏ, ਉਹ ਜੋ ਕਹਿ ਦਿੰਦੇ ਨੇ ਆਪਣੇ 32 ਦੰਦਾਂ ਤੋਂ, ਆਪਣੀ ਰਸਨਾ ਤੋਂ, ਵਾਹਿਗੁਰੂ ਜੀ ਉਸੇ ਵੇਲੇ ਉਹਨੂੰ ਪ੍ਰਵਾਨ ਕਰ ਲੈਂਦੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੇ ਭਾਈ ਲੱਖੂ ਨੇ ਕਹਿ ਦਿੱਤਾ ਕਿ ਬੁੱਧੂ ਦਾ ਆਵਾ ਕੱਚਾ, ਤਾਂ ਉਹ ਕੱਚਾ ਹੀ ਨਿਕਲਦਾ। ਭਾਵੇਂ ਕਿ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਭਾਈ ਬੁੱਧੂ ਪੱਕੀਆਂ ਇੱਟਾਂ ਨਿਕਲਣਗੀਆਂ, ਸੰਗਤ ਨੂੰ ਪ੍ਰਸ਼ਾਦਾ ਛਕਾ ਦੇਈਂ, ਅਰਦਾਸ ਕਰਾਈ। ਪਰ ਭਾਈ ਲੱਖੂ ਦੇ ਕਹੇ ਵਾਕ ਜੋ ਕਹਿ ਦਿੱਤੇ ਉਹ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਏ। ਰਾਮ ਦੇ ਨਾਮ ਦੇ ਰੰਗ ਵਿੱਚ ਰਤਿਆਂ ਹੋਇਆਂ ਦੀ ਰਸਨਾ ਤੋਂ ਜੋ ਨਿਕਲਦਾ, ਜੋ ਕਰਦੇ ਹਨ, ਉਹ ਪਰਮੇਸ਼ਰ ਨੂੰ ਪ੍ਰਵਾਨ ਹੁੰਦਾ ਹੈ, ਉਹ ਨਿਰੰਕਾਰ ਨੂੰ ਪ੍ਰਵਾਨ ਹੁੰਦਾ ਹੈ, ਅਕਾਲ ਪੁਰਖ ਦੇ ਘਰ ਵਿੱਚ ਉਹ ਪ੍ਰਵਾਨ ਹੈ। ਜੋ ਕਰ ਦਿੱਤਾ, ਮੇਰੇ ਭਗਤ ਨੇ ਕੀਤਾ, ਮੇਰੇ ਸੇਵਕ ਨੇ ਕੀਤਾ, ਮੈਨੂੰ ਪ੍ਰਵਾਨ ਹੈ। ਐਸਾ ਨਹੀਂ ਹੈ ਕਿ ਆਪਣੇ ਪਿਆਰਿਆਂ ਦੇ ਕਿਸੇ ਕੀਤੇ ਕਰਮ ਦੇ ਉੱਤੇ ਉਹਨੂੰ ਕੋਈ ਸੰਦੇਹ ਹੋਵੇ ਕਿ ਇਹਨੇ ਸਹੀ ਨਹੀਂ ਕੀਤਾ, ਜੋ ਕਰ ਦਿੱਤਾ ਇਹਨੇ ਠੀਕ ਕੀਤਾ। ਕਾਜੀ ਆਇਆ ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਰੋਜ਼ ਪੈਸੇ ਮੰਗੇ। ਸਤਿਗੁਰੂ ਦੁਪਹਿਰ ਦੇ ਸਮੇਂ ਆਰਾਮ ਕਰਦੇ, ਲਾਹੌਰ ਦਾ ਵਾਕਿਆ ਹੈ। ਆ ਕੇ ਇੱਕ ਦਰਵਾਜ਼ੇ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਰੇ ਤੇ ਬੈਠੇ, ਕਹਿਣ ਲੱਗੇ ਵੀ ਕਾਜੀ ਜੀ ਗੁਰੂ ਸਾਹਿਬ ਆਰਾਮ ਕਰਦੇ ਨੇ, ਰੌਲਾ ਨਾ ਪਾ, ਸ਼ਾਮ ਨੂੰ ਆ ਜੀ, ਤੇਰੇ ਪੈਸੇ ਕਿੱਥੇ ਦੌੜੇ ਜਾਂਦੇ ਨੇ। ਕਹਿੰਦਾ ਮੈਂ ਗੁਰੂ ਦਾ ਜਵਾਈ ਬਣ ਕੇ ਲੈ ਲੂੰ ਪੈਸੇ, ਫੌਜਾਂ ਲਿਆਵਾਂਗਾ ਚੜਾ ਕੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਉਹ ਕਾਜੀਆ ਜ਼ੁਬਾਨ ਸੰਭਾਲ, ਤੂੰ ਕੀ ਜਵਾਈ ਬਣੇਗਾ ਗੁਰੂ ਦਾ, ਤੁਮਰੋ ਗੁਰ ਦਮਾਦ ਬਣ ਜਾਏ ਹੈ, ਸਤਿਗੁਰੂ ਤੇਰੇ ਜਵਾਈ ਬਣਨਗੇ। ਇਹ ਤਾਂ ਚਲਾ ਗਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੁਣਦੇ ਸਨ ਬਚਨ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਇਹ ਕੀ ਬਚਨ ਕਹੇ? ਕਹਿੰਦੇ ਇਹਦੇ ਵੀ ਘਰ ਮਹਾਰਾਜ ਜੀ
ਕੌਲਾਂ ਬੀਬੀ ਕੌਲਾਂ ਰਜੋਈਆਂ ਕਰਦੀ ਹੈ ਤੁਹਾਡੇ ਚਰਨਾਂ 'ਚ। ਉਹਦੀ ਵੀ ਭਗਤੀ ਨੂੰ ਬੂਰ ਲੱਗਣਾ ਸੀ। ਜੋ ਕਿਛ ਕਰੈ ਸੋਈ ਪ੍ਰਭ ਮਾਨਹਿ। ਰੱਬ ਦੇ ਪਿਆਰੇ ਜਿਹੜੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ, ਉਹ ਜੋ ਕੁਝ ਕਰਦੇ ਹਨ ਪਰਮੇਸ਼ਰ ਉਹੀ ਮੰਨ ਲੈਂਦਾ, ਪ੍ਰਵਾਨ ਕਰ ਲੈਂਦਾ ਹੈ। ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਪਰਾਤੇ ਪਾ ਦਿੱਤਾ ਹੈ, ਉਹਨਾਂ ਦੀ ਸੋਭਾ ਸਾਰੇ ਥਾਵਾਂ ਤੇ ਸਾਰੇ ਜਗਤ ਵਿੱਚ ਹੁੰਦੀ ਹੈ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਪਾ ਦਿੱਤਾ ਹੈ, ਸਮਰਪਣ ਕਰ ਦਿੱਤਾ, ਤਿਨਾਂ ਦੀ ਸੋਭਾ ਸਭਨੀ ਥਾਈਂ ਸਾਰੇ ਜਗਤ ਵਿੱਚ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਹਰ ਮਨ ਤਨ ਵਸਿਆ ਸੋਈ, ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਸਭਨੀ ਥਾਈਂ ਹੁੰਦੀ ਹੈ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਪਾ ਦਿੱਤਾ ਹੈ। ਹਾਂਜੀ। ਮੇਰੇ RAM ਹਰ ਸੰਤਾ ਜੀਵੜ ਨਾ ਕੋਈ। ਇਹ ਮੇਰੇ RAM, ਹਰੀ ਦੇ ਜਿਹੜੇ ਸੰਤ ਨੇ, ਉਹਨਾਂ ਸੰਤਾਂ ਜੈਸਾ ਵੱਡਾ ਹੋਰ ਕੋਈ ਨਹੀਂ। ਕਹਿੰਦੇ ਫਲਾਣਾ ਬੜਾ ਵੱਡਾ ਹੈ, ਅਮਕਾ ਬੜਾ ਵੱਡਾ ਦੇਵਤਾ ਹੈ, ਅਮਕਾ ਬੜਾ ਵੱਡਾ ਬੰਦਾ ਹੈ। ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਹਰੀ ਦੇ ਸੰਤ ਨੇ, ਉਹਨਾਂ ਤੋਂ ਵੱਡਾ ਕੋਈ ਨਹੀਂ ਹੈ। ਉਹਨਾਂ ਤੋਂ ਵੱਡਾ ਨਹੀਂ ਹੈ ਕੋਈ। ਇੱਕ ਗ੍ਰੰਥ ਲਿਖਿਆ ਗਿਆ ਪੁਰਾਤਨ, ਉਹਦਾ ਨਾਂ ਹੈ ਪਰਚੀਆਂ ਭਗਤਾਂ ਕੀਆਂ। ਨਾਰਦ ਜੀ ਮਹਾਰਾਜ ਇੱਕ ਦਿਨ ਫੁਰਨਾ ਹੋਇਆ ਕਿ ਕਿਸੇ ਵੱਡੀ ਵਸਤੂ ਨੂੰ ਵੇਖ ਕੇ ਉਹਨੂੰ ਪ੍ਰਣਾਮ ਕਰੀਏ। ਇੱਕ ਬੰਦਾ ਵੇਖਿਆ, ਬੜਾ ਦੀਰਘ ਕਾਇਆ ਵਾਲਾ, ਵਿਸ਼ਾਲ ਰੂਪ ਉਹਦਾ। ਉਹਨੂੰ ਜਾ ਕੇ ਮੱਥਾ ਟੇਕਣ ਲੱਗੇ ਤੇ ਉਹ ਕਹਿਣ ਲੱਗਾ, ਨਾਰਦ ਜੀ ਮੈਨੂੰ ਕਿਉਂ ਨਮਸਕਾਰ ਕਰ ਦਿਓ? ਕਹਿੰਦੇ ਤੇਰੇ ਤੋਂ ਵੱਡਾ ਬੰਦਾ ਨਹੀਂ ਵੇਖਿਆ ਕੋਈ ਮੈਂ। ਉਹ ਕਹਿੰਦੇ ਮੈਂ ਕਾਹਦਾ ਵੱਡਾ ਹਾਂ, ਸਮੁੰਦਰ ਜਾ ਕੇ ਵੇਖੋ ਕਿੰਨਾ ਵੱਡਾ। ਇਹ ਸਮੁੰਦਰ ਕੋਲ ਗਏ ਤੇ ਸਮੁੰਦਰ ਨੂੰ ਪ੍ਰਣਾਮ ਕਰਨ ਲੱਗੇ। ਸਮੁੰਦਰ ਕਹਿੰਦਾ ਨਾਰਦ ਜੀ ਮੈਨੂੰ ਕਾਹਨੂੰ ਮੱਥਾ ਟੇਕਦੇ ਹੋ? ਕਹਿੰਦੇ ਤੂੰ ਵੱਡਾ ਬੜਾ, ਤੇਰਾ ਸਰੂਪ ਬੜਾ ਵੱਡਾ ਹੈ। ਕਹਿੰਦਾ ਮੇਰੇ ਤੋਂ ਵੱਡਾ ਤਾਂ ਅਗਸਤ ਰਿਸ਼ੀ ਆ, ਜਿਹੜਾ 2.5 ਚੂੜੀਆਂ 'ਚ ਪੀ ਗਿਆ ਸੀ ਮੈਨੂੰ। ਕਹਿੰਦੇ ਅੱਛਾ। ਅਗਸਤ ਰਿਸ਼ੀ ਕੋਲ ਗਏ, ਨਮਸਕਾਰ ਕਰਨ ਲੱਗੇ ਤੇ ਅਗਸਤ ਰਿਸ਼ੀ ਕਹਿੰਦਾ ਮੈਨੂੰ ਕਿਉਂ ਨਮਸਕਾਰ ਕਰਦੇ ਹੋ? ਕਹਿੰਦੇ ਤੂੰ ਵੱਡਾ, 2.5 ਚੂੜੀਆਂ 'ਚ ਸਮੁੰਦਰ ਪੀ ਗਿਆ। ਉਹ ਕਹਿਣ ਲੱਗੇ ਨਾਰਦ ਜੀ ਮੇਰੇ ਵਰਗੇ ਕਈ ਅਗਸਤ ਮੁਨੀ ਜਿਹੜੇ ਨੇ ਉਹ ਬ੍ਰਹਮਾ ਜੀ ਨੇ ਪੈਦਾ ਕੀਤੇ, ਉਹ ਵੱਡਾ। ਬ੍ਰਹਮਾ ਜੀ ਕੋਲ ਗਏ ਤੇ ਬ੍ਰਹਮਾ ਜੀ ਕਹਿਣ ਮੇਰੇ ਕਰਤਾ ਤਾਂ ਵਿਸ਼ਨੂੰ ਜੀ ਹਨ। ਵਿਸ਼ਨੂੰ ਜੀ ਕੋਲ ਜਾ ਕੇ ਉਹ ਕਹਿਣ ਜੀ ਸ਼ਿਵ ਹਨ। ਫਿਰ ਕਹਿਣ ਲੱਗੇ ਜੀ ਸਾਡੇ ਸਾਰਿਆਂ ਦੇ ਕਰਤਾ ਅਕਾਲ ਪੁਰਖ ਜੀ ਭਗਵਾਨ ਜੀ ਨੇ, ਉਹ ਸਭ ਤੋਂ ਵੱਡੇ ਨੇ। ਜਦੋਂ ਅਕਾਲ ਪੁਰਖ ਜੀ ਨੂੰ ਨਮਸਕਾਰ ਕਰਨ ਲੱਗੇ ਤੇ ਕਹਿਣ ਲੱਗੇ ਅਕਾਲ ਪੁਰਖ ਜੀ ਉਹ ਮੈਨੂੰ ਕਿਉਂ ਨਮਸਕਾਰ ਕਰਦੇ ਹੋ? ਕਹਿੰਦੇ ਜੀ ਤੁਸੀਂ ਸਭ ਤੋਂ ਵੱਡੇ ਹੋ। ਕਹਿੰਦੇ ਨਹੀਂ, ਮੇਰੇ ਤੋਂ ਵੱਡੇ ਮੇਰੇ ਭਗਤ ਨੇ ਜਿਨ੍ਹਾਂ ਦੇ ਵਸ ਹੋ ਕੇ ਮੈਂ ਟੁਰਿਆ ਫਿਰਦਾ ਹਾਂ। ਮੇਰੇ RAM ਹਰ ਸੰਤਾਂ ਜਿਵੜ ਨਾ ਕੋਈ। ਇਹ ਮੇਰੇ RAM
ਜਿਹੜੇ ਹਰੀ ਦੇ ਸੰਤ ਨੇ ਉਹਨਾਂ ਜੈਸਾ ਵੱਡਾ ਉਹਨਾਂ ਜੈਸਾ ਵੱਡਾ ਹੋਰ ਕੋਈ ਨਹੀਂ। ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀਲ ਸੋਈ। ਭਗਤਾਂ ਦੀ ਆਪਣੇ ਪ੍ਰਭੂ ਨਾਲ ਬਣ ਆਉਂਦੀ ਹੈ, ਉਹਨਾਂ ਦੀ ਹੋਰ ਭਾਵੇਂ ਕਿਸੇ ਨਾਲ ਬਣ ਆਵੇ ਨਾ ਆਵੇ, ਆਪਣੇ ਰੱਬ ਨਾਲ ਬਣ ਆਉਂਦੀ, ਆਪਣੇ ਪ੍ਰਭੂ ਨਾਲ ਬਣ ਆਈ ਹੈ। ਕਿਸ ਪ੍ਰਭੂ ਨਾਲ ਬਣ ਆਈ ਹੈ? ਕਹਿੰਦੇ ਜਲ ਥਲ ਮਹੀਲ ਸੋਈ। ਜਿਹੜਾ ਪ੍ਰਭੂ ਜਲ ਥਲ ਧਰਤੀ ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ, ਉਸ ਪ੍ਰਭੂ ਦੇ ਨਾਲ ਭਗਤਾਂ ਦੀ ਬਣ ਆਈ ਹੈ। ਰਹਾਉ ਕੋਟ ਪਰਾਦੇ ਸੰਤ ਸੰਗ ਉਧਰੈ, ਜਮ ਤਾਕਾ ਨੇੜ ਨ ਆਵੈ। ਸੰਤ ਜਨਾਂ ਦੀ ਸੰਗਤ ਦਾ ਐਡਾ ਵੱਡਾ ਪ੍ਰਤਾਪ ਹੈ ਕਿ ਉਹਨਾਂ ਦੀ ਸੰਗਤ ਕਰਕੇ ਕਰੋੜਾਂ ਅਪਰਾਧੀ ਤਰ ਜਾਂਦੇ ਨੇ, ਉਧਰ ਜਾਂਦੇ ਨੇ। ਸੰਤ ਜਨਾਂ ਦੀ ਸੰਗਤ ਕਰਨ ਵਾਲੇ ਕਰੋੜਾਂ ਅਪਰਾਧੀ ਉਹ ਵੀ ਤਰ ਜਾਂਦੇ ਨੇ, ਪਾਰ ਉਤਰ ਜਾਂਦੇ ਨੇ, ਔਰ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਮ ਤਾਂ ਕੈ ਨੇੜ ਨ ਆਵੈ। ਮੌਤ ਦੇ ਫਰਿਸ਼ਤੇ ਜਮ ਸੰਤ ਜਨਾਂ ਦੀ ਸੰਗਤ ਕਰਨ ਵਾਲੇ ਸਤ ਸੰਗੀਆਂ ਦੇ ਨੇੜੇ ਨਹੀਂ ਆਉਂਦੇ। ਉਹਨਾਂ ਦੇ ਕਰੋੜਾਂ ਅਪਰਾਧ ਪਾਪ ਕਰਮ ਉਹ ਮਿਟ ਜਾਂਦੇ ਹਨ। ਜਨਮ ਜਨਮ ਕਾ ਵਿਛੜਿਆ ਹੋਵੈ, ਤਿਨ ਹਰਿ ਸਿਉ ਆਣ ਮਿਲਾਵੈ। ਜਿਹੜਾ ਜਨਮਾਂ ਜਨਮਾਂ ਤੋਂ ਉਸ ਪ੍ਰਭੂ ਨਾਲ ਵਿਛੜਿਆ ਹੋਇਆ ਹੈ, ਰੱਬ ਦੇ ਪਿਆਰੇ ਉਸ ਹਰੀ ਨਾਲ ਮਿਲਾ ਦਿੰਦੇ ਹਨ। ਤਿਨਾਂ ਨੂੰ ਹਰਿ ਸਿਉ ਆਣ ਮਿਲਾਵੈ, ਹਰੀ ਨਾਲ ਆ ਕੇ ਉਹ ਮਿਲਾ ਦਿੰਦੇ ਹਨ। ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ ਉਹ ਵਿਚੋਲੇ ਬਣ ਜਾਂਦੇ ਨੇ। ਇਸ ਵਿਛੜੇ ਹੋਏ ਨੂੰ, ਜਿਹੜਾ ਪਰਮੇਸ਼ਰ ਤੋਂ ਵਿਛੜਿਆ ਹੋਇਆ ਜੀਵ ਹੈ, ਇਹਨੂੰ ਹਰੀ ਨਾਲ ਮਿਲਾ ਲੈਂਦੇ ਹਨ। ਹਰਿ ਸਿਉ ਲੈਣ ਮਿਲਾਏ। ਹਾਂਜੀ। ਮਾਇਆ ਮੋਹ ਭਰਮ ਭਉ ਕਾਟੈ, ਸੰਤ ਸ਼ਰਨ ਜੋ ਆਵੈ। ਕਹਿਣ ਲੱਗੇ ਮਾਇਆ ਦੇ ਮੋਹ ਦਾ ਔਰ ਭਰਮ ਤੇ ਡਰ ਨੂੰ ਉਹ ਆਪਣੇ ਹਿਰਦੇ ਚ, ਭਰਮ ਦੇ ਮੋਹ ਡਰ ਦਾ ਉਹਨੂੰ ਕੱਟ ਦਿੰਦੇ ਨੇ। ਮਾਇਆ ਦੇ ਮੋਹ ਨੂੰ ਤੇ ਭਰਮ ਦੇ ਡਰ ਨੂੰ ਉਹ ਕੱਟ ਦਿੰਦੇ ਹਨ। ਕਿਹਨਾਂ ਦੇ? ਮਾਇਆ ਦੇ ਮੋਹ ਤੇ ਭਰਮ ਕੱਟੇ ਜਾਂਦੇ ਨੇ ਸੰਤ ਸ਼ਰਨ ਜੋ ਆਵੈ। ਜਿਹੜੇ ਸੰਤ ਜਨਾਂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਹਨ, ਉਹਨਾਂ ਦੇ ਮਾਇਆ ਦਾ ਮੋਹ ਹਿਰਦੇ ਚੋਂ ਨਿਰਵਿਰਤ ਹੋ ਜਾਂਦਾ, ਭਰਮ ਕੱਟਿਆ ਜਾਂਦਾ, ਡਰ ਨਿਰਵਿਰਤ ਹੋ ਜਾਂਦੇ ਹਨ। ਜਿਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੈ। ਜਿਹੋ ਜਿਹਾ ਮਨੋਰਥ ਆਪਣੇ ਹਿਰਦੇ ਚ ਕਰਕੇ ਕੋਈ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹ ਸੰਤ ਜਨਾਂ ਤੋਂ ਪ੍ਰਾਪਤ ਹੋ ਜਾਂਦਾ ਹੈ। ਜਿਹੋ ਜਿਹੇ ਮਨੋਰਥ ਨੂੰ ਕਰਕੇ ਆਰਾਧਦੇ ਹਨ, ਸੋ ਸੰਤਨ ਤੇ ਭਾਵੈ। ਸੰਤ ਜਨਾਂ ਤੋਂ ਉਹੀ ਪ੍ਰਾਪਤ ਹੋ ਜਾਂਦਾ ਹੈ। ਘਰੋਂ ਮਨੋਰਥ ਕਰਕੇ ਗਏ, ਅੱਗੇ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਨੇ ਉਹੀ ਬਚਨ ਕਹਿ ਦਿੱਤਾ। ਅਸੀਂ ਹੈਰਾਨ ਹੁੰਨੇ ਆ ਵੀ ਮੈਂ ਤਾਂ ਘਰ 'ਚ ਸੋਚਿਆ ਸੀ, ਫੁਰਨਾ ਕੀਤਾ ਸੀ, ਮਹਾਂਪੁਰਸ਼ਾਂ ਨੇ ਅੱਗੋਂ ਉਹੀ ਬਚਨ ਕੀਤਾ। ਉਹੀ ਵਿਸ਼ੇ ਤੇ ਗੱਲ ਚੱਲ ਪਈ ਜੋ ਮੈਂ ਸੋਚ ਰਿਹਾ ਸੀ। ਗੁਰੂ ਘਰ ਆਉਂਦੇ ਆ, ਕਈ ਵਾਰ ਮਨ 'ਚ ਸੋਚ ਕੇ ਆਉਂਦੇ ਆ ਵੀ ਇਹ ਗੱਲ ਹੈ, ਇਹ ਫੁਰਨਾ ਹੈ। ਅੱਗੇ ਕੀਰਤਨ ਹੋ ਰਿਹਾ ਹੁੰਦਾ, ਕਥਾ ਹੋ ਰਹੀ ਹੁੰਦੀ ਹੈ, ਤਾਂ ਜੋ ਅਸੀਂ ਸੋਚਿਆ ਹੁੰਦਾ ਉਹਦਾ ਜਵਾਬ ਨਾਲੋਂ ਨਾਲ ਪ੍ਰਾਪਤ ਹੋ ਜਾਂਦਾ ਹੈ। ਹਾਂਜੀ। ਜਾਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਭਾਣੇ। ਰੱਬ ਦੇ ਪਿਆਰੇ ਜਨਾਂ ਦੀ ਮਹਿਮਾ ਮਹਾਰਾਜ ਜੀ ਕਹਿੰਦੇ ਮੈਂ ਕਿੰਨੀ ਕੁ ਵਰਣਨ ਕਰਕੇ ਦੱਸਾਂ। ਐਸੇ ਜਨ ਜਿਹੜੇ ਆਪਣੇ ਪ੍ਰਭੂ ਨੂੰ ਪਾਉਂਦੇ ਨੇ, ਜੋ ਪ੍ਰਭ ਆਪਣੇ ਭਾਣੇ, ਜਿਹੜੇ ਆਪਣੇ ਪ੍ਰਭੂ ਨੂੰ ਪਾਉਂਦੇ ਹਨ, ਉਹਨਾਂ ਰੱਬ ਦੇ ਪਿਆਰੇ ਜਨਾਂ ਦੀ ਮਹਿਮਾ ਮੈਂ ਕਿੱਥੋਂ ਤੱਕ ਵਰਣਨ ਕਰਾਂ, ਕਿੱਥੋਂ ਤੱਕ ਬਿਆਨ ਕਰਾਂ। ਹਾਂਜੀ।
ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲੇ ਹਨ, ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ ਹੈ, ਉਹ ਸਾਰੇ ਸੰਸਾਰ ਤੋਂ ਨਿਕਾਣੇ ਹੋ ਜਾਂਦੇ। ਨਿਕਾਣੇ ਦਾ ਮਤਲਬ ਕਾਣ ਕਨੋੜ ਤੋਂ ਰਹਿਤ ਹੋ ਜਾਂਦੇ। ਉਹਨਾਂ ਨੂੰ ਸੰਸਾਰੀਆਂ ਦੀ ਕੋਈ ਕਾਣ ਕਨੋੜ ਨਹੀਂ ਰਹਿੰਦੀ। ਲੋਕ ਕੀ ਆਖਣਗੇ, ਦੁਨੀਆ ਕੀ ਕਹੇਗੀ। ਅੱਜ ਮਨੁੱਖ ਨੂੰ ਇਹੀ ਚਿੰਤਾ ਹੈ, ਲੋਕ ਕੀ ਆਖਣਗੇ, ਦੁਨੀਆ ਕੀ ਕਹੇਗੀ। ਜੇ ਮੈਂ ਆਹ ਕੰਮ ਨਾ ਕੀਤਾ, ਵਿਆਹ ਸ਼ਾਦੀ ਚ ਆਹ ਚੀਜ਼ ਨਾ ਬਣਾਈ, ਕੀ ਆਖਣਗੇ ਰਿਸ਼ਤੇਦਾਰ, ਇਹਨੇ ਭੁੱਖ ਕਦਾਈ ਹੈ, ਇਹਨੇ ਕੋਈ ਆਹ ਕੰਮ ਨਹੀਂ ਕੀਤਾ। ਕੀ ਆਖਣਗੇ ਲੋਕ। ਬੜੀਆਂ ਕਾਣ ਕਨੋਡਾਂ ਨੂੰ ਮੰਨਦਾ ਹੋਇਆ ਉਹ ਕੰਮ ਵੀ ਕਰਦਾ ਜਿਨ੍ਹਾਂ ਕੰਮਾਂ ਬਾਬਤ ਗੁਰੂ ਪਾਤਸ਼ਾਹ ਦੀ ਇਜਾਜ਼ਤ ਨਹੀਂ। ਕਾਣ ਕਨੋੜ ਕਿਹਦੀ? ਲੋਕਾਂ ਦੀ। ਕਹਿੰਦਾ ਮੈਂ ਪੀਂਦਾ ਨਹੀਂ ਹਾਂ, ਪਰ ਰੱਖਣੀ ਪੈਂਦੀ ਆ ਉਹਨਾਂ ਲਈ ਜਿਹੜੇ ਰਿਸ਼ਤੇਦਾਰ ਸੰਬੰਧੀ ਆਉਂਦੇ, ਉਹਨਾਂ ਨੂੰ ਪਿਆ ਦੇਣਾ। ਫਰਕ ਕੀ ਹੈ? ਕਲਾਲ ਤਾਂ ਫਿਰ ਵੀ ਬਣ ਗਿਆ, ਜੁਰਮ ਤਾਂ ਫਿਰ ਵੀ ਹੋ ਹੀ ਗਿਆ ਨਾ। ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮੇਲ ਲਿਆ, ਉਹ ਦੁਨੀਆ ਦੀ ਕਾਣ ਕਨੋੜ ਤੋਂ ਨਿਆਰੇ ਹੋ ਜਾਂਦੇ। ਕੌਣ ਕੀ ਕਹਿੰਦਾ, ਕੌਣ ਕੀ ਆਖਦਾ, ਕੋਈ ਮਾਇਨੇ ਨਹੀਂ ਰੱਖਦਾ। ਇਹ ਲੋਕ ਜਿਹੜਾ ਮੂੰਹਾਂ ਦੇ ਨਾਲ ਅੱਜ ਸਿਫਤਾਂ ਕਰਨਗੇ, ਕੱਲ ਨੂੰ ਉਸੇ ਨਾਲ ਨਿੰਦਾ ਵੀ ਕਰਨਗੇ। ਅੱਜ ਜੇ ਨਿੰਦਾ ਕਰਦੇ ਨੇ, ਕੱਲ ਨੂੰ ਉਸਤਤ ਵੀ ਕਰਨਗੇ। ਬਹੁਰੰਗੀ ਦੁਨੀਆ ਹੈ। ਜੇ ਮੈਂ ਬਹੁਤਾ ਬੋਲਾਂ ਤਾਂ ਕਹਿੰਦੇ ਬੜਬੜ ਬਹੁਤ ਕਰਦਾ, ਜੇ ਮੈਂ ਚੁੱਪ ਰਹਾ ਤਾਂ ਕਹਿੰਦੇ ਇਹਦੀ ਮੱਤ ਘੱਟ ਹੈ। ਫਿਰਾਂ ਤਾਂ ਕਹਿੰਦੇ ਗਲੀਆਂ ਕੱਛਦਾ ਹੈ, ਰਹਾਂ ਘਰ ਦੇ ਵਿੱਚ ਤਾਂ ਕਹਿੰਦੇ ਪਤਾ ਨਹੀਂ ਟੁਰਨ ਫਿਰਨ ਦਾ ਲੋਕਾਂ 'ਚ। ਇਹ ਦੁਨੀਆ ਬਹੁਰੰਗੀ ਹੈ। ਕਿਸ ਕਿਸ ਦੀ ਕਾਣ ਕਨੋੜ ਹਿਰਦੇ 'ਚ ਰੱਖਾਂਗੇ। ਲੋਕ ਲੱਜਿਆ। ਹਾਂ, ਕੋਈ ਮਾੜਾ ਕਰਮ ਕਰਨਾ ਹੋਵੇ, ਲੋਕਾਂ ਦੀ ਲਾਜ ਉਦੋਂ ਆ ਜਾਣੀ ਚਾਹੀਦੀ ਹੈ, ਕੋਈ ਗੱਲ ਨਹੀਂ, ਫਿਰ ਆਉਣੀ ਵੀ ਚਾਹੀਦੀ ਹੈ, ਫਿਰ ਸ਼ਰਮ ਹੋਣੀ ਵੀ ਚਾਹੀਦੀ ਹੈ, ਪਰ ਆਪਣੇ ਬਿੱਤ ਤੋਂ ਵੱਧ ਕੇ ਨਹੀਂ ਚੱਲਣਾ ਚਾਹੀਏ। ਅੱਜ ਸਾਡੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਤੇ ਅਸੀਂ ਆਪਣੀ ਲੋੜ ਤੋਂ ਵੱਧ ਪੈਰ ਪਸਾਰਦੇ ਹਾਂ। ਚਾਦਰ ਓਨੀ ਨਹੀਂ ਜਿੰਨੇ ਪੈਰ ਪਸਾਰਦੇ। ਕਰਜ਼ੇ ਚੁੱਕ ਕੇ ਆਪਣੀਆਂ ਕੁਝ ਜਾਇਦਾਦਾਂ ਵੇਚ ਕੇ ਵੀ ਲੋਕਾਂ ਨੂੰ ਖੁਸ਼ ਕਰਨਾ। ਇਹ ਦੁਨੀਆ ਖੁਸ਼ ਨਹੀਂ ਹੋ ਸਕਦੀ। ਈਸ਼ਰ ਸਿੰਘ ਭਾਈਆ ਲਿਖਦਾ, ਇੱਕ ਪੁੱਤ ਦਾ, ਇੱਕ ਲੜਕੇ ਦਾ ਵਿਆਹ ਸੀ। ਪਿਓ ਦੇ ਕੋਲ ਕੁਝ ਹੈ ਨਹੀਂ ਸੀ ਘਰ 'ਚ। ਉਹਨੇ ਆਪਣੀ ਜ਼ਮੀਨ ਥੋੜੀ ਜਿਹੀ ਹੈ ਸੀ ਕਿ ਸ਼ਾਹੂਕਾਰ ਕੋਲ ਗਿਰਵੀ ਰੱਖ ਕੇ ਤੇ ਕੁਝ ਪੈਸੇ ਲਏ ਤੇ ਉਹਦੇ ਆਨੇ ਲੈ ਲਏ। ਬੜੀ ਫੂੰ ਫਾਂ ਦੇ ਵਿੱਚ ਬਰਾਤ ਲੈ ਕੇ ਗਿਆ। ਡੋਲੀ ਲੈ ਕੇ ਨੂੰਹ ਦੀ ਜਦੋਂ ਵਾਪਸ ਪਰਤਣ ਲੱਗਾ ਤੇ ਉਹ ਜਿਹੜੇ ਆਨੇ ਲਏ ਸੀ ਤੇ ਉਹ ਆਨੇ ਜ਼ੋਰ ਜ਼ੋਰ ਨਾਲ ਵਗਾ ਵਗਾ ਕੇ ਸੁੱਟਣ ਲੱਗਾ। ਇੱਕ ਆਨਾ ਕਿਤੇ ਉਸੇ ਲੜਕੀ ਦੇ ਫੁੱਫੜ ਦੀ ਅੱਖ ਵਿੱਚ ਜਾ ਲੱਗਾ। ਆਨਾ ਅੱਖ ਵਿੱਚ ਵੱਜਿਆ ਤੇ ਨਿਕਲਿਆ ਆਨਾ। ਚੱਲਿਆ ਸੀ ਨੱਕ ਵਧਾਣ ਨੂੰ, ਭਾਈਆ ਆਇਆ ਨੱਕ ਵਢਾ। ਉਹ ਕਹਿੰਦੇ ਜਦੋਂ ਆਨਾ ਮਾਰਿਆ ਤੇ ਉਹਨਾਂ ਨੇ ਡਾਂਗਾਂ ਚੁੱਕ ਕੇ ਉਹ ਕੁੱਟਿਆ ਵੀ ਤੂੰ ਆਨੇ ਸੁੱਟਦਾ ਸੀ, ਆਨੇ ਦੇ ਨਾਲ ਸਾਡੇ ਭਣਵਈਏ ਦੀ ਅੱਖ ਕੱਢ ਦਿੱਤੀ ਹੈ। ਅੱਖ ਦਾ ਆਨਾ ਬਾਹਰ ਆ ਗਿਆ। ਉਹਨੇ ਗੱਲ ਵਿਅੰਗ 'ਚ ਲਿਖੀ ਹੈ, ਪਰ ਸੱਚਾਈ ਇਹੀ ਹੈ ਕਿ ਮਨੁੱਖ ਆਪਣੇ ਬਿੱਤ ਤੋਂ ਵੱਧ ਹੋ ਕੇ ਚੱਲਦਾ ਤੇ ਫਿਰ ਦੁਖੀ ਹੁੰਦਾ, ਪਰੇਸ਼ਾਨ ਹੁੰਦਾ।
ਫਿਰ ਇਹਨਾਂ ਸਰਕਾਰਾਂ ਦੀਆਂ ਜੀਜੜੀਆਂ ਕੱਢਦਾ ਫਿਰਦਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮਿਲਾ ਲਿਆ ਉਹ ਕਾਣ ਕਨੋੜ ਤੋਂ ਰਹਿਤ ਹੋ ਜਾਂਦੇ ਹਨ। ਹਾਂਜੀ। ਸੂਹੀ ਮਹੱਲਾ ਪੰਜਵਾਂ। ਮਹਾ ਅਗਨ ਤੇ ਤੁਧ ਹਾਥ ਦੇ ਰਾਖੇ, ਪਏ ਤੇਰੀ ਸਰਨਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਹੇ ਵਾਹਿਗੁਰੂ, ਮਹਾ ਅਗਨੀ ਦੇ ਸਮੁੰਦਰ ਤੋਂ ਤੁਸੀਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਜਿਹੜੇ ਤੁਹਾਡੀ ਸ਼ਰਨ ਚ ਪੈ ਗਏ ਨੇ। ਪਏ ਤੇਰੀ ਸਰਨਾਈ, ਮਹਾਰਾਜ ਜਿਹੜੇ ਤੁਹਾਡੀ ਸ਼ਰਨ ਚ ਪੈ ਗਏ ਨੇ ਉਹਨਾਂ ਨੂੰ ਮਹਾਗਨ ਦੇ ਸਮੁੰਦਰ ਤੋਂ ਤੁਸੀਂ ਹੱਥ ਦੇ ਕੇ ਰੱਖ ਲਿਆ ਹੈ। ਤੇਰਾ ਮਾਣ ਤਾਣ ਹਿਰਦੈ ਅੰਤਰ, ਹੋਰ ਦੂਜੀ ਆਸ ਚੁਕਾਈ। ਤੇਰਾ ਮਾਣ ਤਾਣ ਸਾਡੇ ਹਿਰਦੇ ਵਿੱਚ ਹੈ ਤੇ ਹੋਰ ਅਸੀਂ ਦੂਜੀ ਆਸ ਆਪਣੇ ਹਿਰਦੇ ਚੋਂ ਲਾਹ ਦਿੱਤੀ, ਦੂਰ ਕਰ ਦਿੱਤੀ। ਹੋਰ ਆਸ ਵਿਡਾਣੀ ਲਾਹੀ। ਧਰ ਜੀ ਅਰੇਕ ਟੇਕ ਤੋਂ ਲਾਹੇ ਬਿਡਾਨੀ ਆਸ। ਮੈਂ ਆਪਣੇ ਹਿਰਦੇ ਚੋਂ ਦੂਜੀ ਆਸ ਚੁਕਾ ਦਿੱਤੀ ਹੈ। ਮੇਰੇ RAM ਰਾਏ ਤੁਧ ਚਿਤ ਆਇਆ ਉਬਰੇ। ਇਹ ਮੇਰੇ RAM ਰਾਏ, ਜੇ ਤੂੰ ਚਿਤ ਆਵੇਂ ਤਾਂ ਇਹੀ ਸੰਸਾਰ ਤੋਂ ਜੀਵ ਉਭਰ ਸਕਦਾ, ਬਚ ਸਕਦਾ। ਇਹ ਜੀਵ ਇਹ ਸੰਸਾਰ ਤੋਂ ਤਦੇ ਉਭਰਦਾ ਹੈ, ਹੇ ਮੇਰੇ RAM ਰਾਏ, ਜੇ ਤੂੰ ਚਿਤ ਆਵੇਂ। ਜੇ ਤੂੰ ਚਿਤ ਆਵੇਂ ਤਾਂ ਇਹ ਜੀਵ ਸੰਸਾਰ ਤੋਂ ਉਭਰਦਾ ਹੈ। ਤੇਰੀ ਟੇਕ ਪਰਵਾਸਾ ਤੁਮਰਾ, ਜਪ ਨਾਮ ਤੁਮਾਰਾ ਉਦਰੇ। ਇਹ ਪ੍ਰਭੂ ਤੇਰੀ ਟੇਕ ਹੈ ਤੇ ਤੇਰਾ ਹੀ ਪਰਵਾਸਾ ਹੈ। ਔਰ ਤੇਰੇ ਪਿਆਰੇ ਤੇਰੇ ਨਾਮ ਨੂੰ ਜਪਦੇ ਹਨ ਤੇ ਜਪ ਕੇ ਸੰਸਾਰ ਤੋਂ ਉਧਰਦੇ ਹਨ। ਅੰਧਕੂਪ ਤੇ ਕਾਢ ਲੀਏ ਤੁਮ, ਆਪ ਪਏ ਕਿਰਪਾਲਾ। ਅੰਨੇ ਖੂਹ ਤੋਂ ਹੇ ਪ੍ਰਭੂ ਤੁਸੀਂ ਆਪ ਤਰਸ ਕਰਕੇ ਇਸ ਜੀਵ ਨੂੰ ਸੰਸਾਰ ਤੋਂ ਕੱਢ ਲਿਆ। ਅੰਧਕੂਪ ਤੇ ਕਾਢ ਲੀਏ ਤੁਮ, ਆਪ ਭਏ ਕਿਰਪਾਲਾ। ਆਪ ਕਿਰਪਾਲ ਭਏ ਹੋ। ਔਰ ਇਸ ਅੰਨੇ ਖੂਹ ਤੋਂ, ਇਹ ਸੰਸਾਰ ਅੰਨਾ ਖੂਹ ਹੈ, ਕੁਝ ਨਹੀਂ ਸੁਝਦਾ, ਕੁਝ ਨਹੀਂ ਬੁਝਦਾ। ਇਸ ਅੰਨੇ ਖੂਹ ਤੋਂ ਤੁਸੀਂ ਆਪ ਤਰਸ ਕਰਕੇ ਕਿਰਪਾ ਕਰਕੇ ਸਾਨੂੰ ਕੱਢ ਲਿਆ ਹੈ। ਸਾਰ ਸੰਭਾਲ ਸਰਬ ਸੁਖ ਦੀਏ, ਆਪ ਕਰੇ ਪ੍ਰਤਪਾਲਾ। ਸਾਡੀ ਸਾਰ ਲੈ ਕੇ ਤੁਸੀਂ ਸਾਨੂੰ ਸੰਭਾਲ ਕੇ ਸਾਨੂੰ ਸਾਰੇ ਸੁੱਖ ਦੇ ਦਿੱਤੇ ਹਨ। ਹੇ ਪ੍ਰਭੂ ਤੁਸੀਂ ਆਪ ਸਾਡੀ ਪਾਲਣਾ ਕੀਤੀ ਹੈ। ਪ੍ਰਤੀ ਏਕ ਜੀਵ ਦੀ ਪਾਲਣਾ ਤੁਸੀਂ ਖੁਦ ਆਪ ਕੀਤੀ। ਆਪ ਸਾਨੂੰ ਸਾਰਿਆਂ ਨੂੰ ਸੰਭਾਲਿਆ, ਆਪ ਸਾਡੀ ਸਾਰਿਆਂ ਦੀ ਸਾਰ ਲਈ ਔਰ ਸਾਨੂੰ ਸਰਬ ਪ੍ਰਕਾਰ ਦੇ ਸੁੱਖ ਦਿੱਤੇ। ਆਪਣੀ ਨਦਰ ਕਰੇ ਪਰਮੇਸ਼ਰ, ਬੰਧਨ ਕਾਟ ਛਡਾਏ। ਆਪਣੀ ਨਦਰ ਕਰਕੇ ਪਾਰ ਬ੍ਰਹਮ ਪਰਮੇਸ਼ਰ ਨੇ ਸਾਡੇ ਬੰਧਨ ਕੱਟੇ ਹਨ ਔਰ ਬੰਧਨਾਂ ਨੂੰ ਕੱਟ ਕੇ ਇਹਨਾਂ ਬੰਧਨਾਂ ਤੋਂ ਸਾਨੂੰ ਛਡਾ ਲਿਆ। ਆਪ ਨਦਰ ਕੀਤੀ ਪਰਮੇਸ਼ਰ ਨੇ, ਆਪ ਤਰਸ ਕੀਤਾ ਤੋ ਪਰਮੇਸ਼ਰ ਦੀ ਨਦਰ ਨਾਲ, ਅਕਾਲ ਪੁਰਖ ਦੀ ਕਿਰਪਾ ਨਾਲ ਹੇ ਪ੍ਰਭੂ ਜੀ ਸਾਡੇ ਬੰਧਨ ਤੁਸੀਂ ਆਪ ਕਿਰਪਾ ਕਰਕੇ ਕੱਟੇ ਨੇ ਔਰ ਸਾਨੂੰ ਬੰਧਨਾਂ ਤੋਂ ਛੁਡਾ ਲਿਆ। ਬੰਧਨਾਂ ਤਿੰਨ ਪ੍ਰਕਾਰ ਦੀ ਮੁਕਤੀ ਦੱਸੀ ਕਈ ਮਹਾਂਪੁਰਸ਼ਾਂ ਨੇ। ਇੱਕ ਜੀਵਨ ਮੁਕਤ ਅਵਸਥਾ ਹੁੰਦੀ, ਇੱਕ ਬਦੇ ਮੁਕਤੀ ਦੀ ਅਵਸਥਾ ਹੁੰਦੀ, ਇੱਕ ਕੇਵਲ ਮੁਕਤੀ ਦੀ ਅਵਸਥਾ ਹੁੰਦੀ। ਜੀਵਨ ਮੁਕਤ ਅਵਸਥਾ ਇਹ ਸਰੀਰ 'ਚ ਰਹਿੰਦਿਆਂ ਮੁਕਤੀ ਦਾ ਅਨੁਭਵ ਕਰਨਾ। ਬਦੇ ਮੁਕਤ ਸਰੀਰ ਨੂੰ ਤਿਆਗ ਕੇ ਫਿਰ ਮੁਕਤ ਹੋਣਾ। ਕੇਵਲ ਜਿਉਂਦਿਆਂ ਜੀ ਔਰ ਮਰਨ ਤੋਂ ਬਾਅਦ ਇੱਕ ਰੂਪ ਹੋ ਕੇ ਤੋਹੀ ਮੋਹੀ ਅੰਤਰ ਕੈਸੇ ਵਾਲੀ ਖੇਡ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਮੁਕਤੀ ਹੈ। ਇਹ ਮੁਕਤੀ ਕੇਵਲ ਸਾਹਿਬ ਜੀ ਬਖਸ਼ ਸਕਦੇ ਨੇ। ਗੁਰਦੇਵ ਤੋਂ ਬਿਨਾਂ ਇਹ ਮੁਕਤੀ ਕਿਤੋਂ ਨਹੀਂ ਮਿਲਣੀ। ਇਸ ਕਰਕੇ ਕਹਿੰਦੇ ਮਹਾਰਾਜ ਤੁਸੀਂ ਆਪ ਸਾਡੇ ਤੇ ਆਪਣੀ ਨਜ਼ਰ ਕਰਕੇ
ਸਾਨੂੰ ਬੰਧਨਾਂ ਤੋਂ ਛੁਡਾ ਲਿਆ, ਮੁਕਤ ਕਰ ਦਿੱਤਾ ਹੈ। ਆਪਣੀ ਭਗਤ ਪ੍ਰਭ ਆਪ ਕਰਾਈ, ਆਪੇ ਸੇਵਾ ਲਾਏ। ਆਪਣੀ ਭਗਤੀ ਪ੍ਰਭੂ ਨੇ ਸਾਡੇ ਕੋਲੋਂ ਆਪ ਕਰਾਈ, ਸਾਡੀ ਕੋਈ ਤਾਕਤ ਨਹੀਂ ਸੀ। ਜਿਹੜੇ ਭਗਤ ਨੇ ਉਹ ਪਰਮੇਸ਼ਰ ਦੀ ਭਗਤੀ ਕਰਕੇ ਇਹ ਨਹੀਂ ਸੋਚਦੇ ਮੈਂ ਕੀਤੀ, ਕਹਿੰਦੇ ਪਰਮੇਸ਼ਰ ਨੇ ਆਪਣੀ ਭਗਤੀ ਪ੍ਰਭੂ ਨੇ ਸਾਡੇ ਕੋਲੋਂ ਆਪ ਕਰਾਈ। ਆਪੇ ਸੇਵਾ ਲਾਏ, ਮੇਰੇ ਮਨ ਤੇ ਮੇਰੀਆਂ ਇੰਦਰੀਆਂ ਨੂੰ ਆਪਣੀ ਸੇਵਾ ਵਿੱਚ ਆਪੇ ਲਾਇਆ। ਇਹ ਹੱਥ ਪੈਰ, ਇਹ ਇੰਦਰੀਆਂ ਜਿਹੜੀਆਂ ਸੇਵਾ ਵਿੱਚ ਲੱਗੀਆਂ ਨੇ, ਜਾਂ ਇਹ ਮਨ ਸੇਵਾ ਵਿੱਚ ਲੱਗਾ ਹੈ, ਇਹ ਵੀ ਮੇਰੇ ਮਾਲਕ ਨੇ ਆਪ ਪ੍ਰੇਰ ਕੇ ਲਾਇਆ। ਮੇਰੇ 'ਚ ਤਾਕਤ ਨਹੀਂ ਕਿ ਮੈਂ ਆਪ ਆਪਣੇ ਹੱਥੀਂ ਕੋਈ ਸੇਵਾ ਕਰ ਸਕਾਂ। ਭਰਮ ਗਿਆ ਭੈ ਮੋਹ ਬਿਨਾਸੇ, ਮਿਟਿਆ ਸਗਲ ਵਸੂਰਾ। ਕਹਿੰਦੇ ਭਰਮ ਚਲਾ ਗਿਆ, ਮੋਹ ਬਿਨਸ ਗਿਆ, ਭੈ ਵੀ ਬਿਨਸ ਗਿਆ, ਔਰ ਜਿਤਨੇ ਵਸੂਰੇ ਸਨ, ਝੋਰੇ ਸਨ ਹਿਰਦੇ ਦੇ, ਉਹ ਸਾਰੇ ਝੋਰੇ ਮਿਟ ਗਏ। ਮਿਟਿਆ ਸਗਲ ਵਸੂਰਾ, ਸਾਰੇ ਝੋਰੇ ਉਹ ਹਿਰਦੇ ਚੋਂ ਮਿਟ ਗਏ, ਦੂਰ ਹੋ ਗਏ, ਨਿਰਵਿਰਤ ਹੋ ਗਏ। ਭਰਮ ਚਲਾ ਗਿਆ, ਭੈ ਮਿਟ ਗਿਆ। ਨਾਨਕ ਦਇਆ ਕਰੀ ਸੁਖ ਦਾਤਾ, ਭੇਟਿਆ ਸਤਿਗੁਰ ਪੂਰਾ। ਜਦੋਂ ਪੂਰੇ ਸਤਿਗੁਰਾਂ ਨੂੰ ਮਿਲੇ ਤੇ ਕਿਵੇਂ ਮਿਲੇ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਦੋਂ ਸੁਖ ਦਾਤੇ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਭੇਟਿਆ ਸਤਿਗੁਰ ਪੂਰਾ। ਪੂਰੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ ਜਦੋਂ ਪਰਮੇਸ਼ਰ ਦੀ ਕਿਰਪਾ ਹੋਈ। ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ ਹੈ। ਇਹ ਸੰਬੰਧ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਜਗਤ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 21 ਮਾਰਚ ਦਿਨ ਐਤਵਾਰ ਸਵੇਰੇ 9 ਤੋਂ ਦੁਪਹਿਰੇ 2 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਹੋ ਰਹੇ ਹਨ। ਜਿਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਸਿੰਘ, ਗੁਰੂ ਘਰ ਦੀ ਕਥਾ ਕਰਨ ਵਾਲੇ ਮਹਾਨ ਕਥਾਕਾਰ, ਪ੍ਰਚਾਰਕ, ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬ, ਸੰਪਰਦਾਵਾਂ ਦੇ ਮੁਖੀ ਸਹਿਬਾਨ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਇਹਨਾਂ ਵਿਸ਼ਾਲ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇੱਕ ਹੋਰ ਗੁਰਮਤਿ ਸਮਾਗਮ ਜੋ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸਮਰਪਿਤ ਹੈ। 400 ਬੱਚੇ 19 ਮਾਰਚ ਨੂੰ ਸ਼ਾਮ ਨੂੰ 6 ਤੋਂ 8 ਵਜੇ ਤੱਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਇਕੱਠੇ ਬੈਠ ਕੇ ਕੀਰਤਨ ਕਰਨਗੇ। 400 ਬੱਚੇ ਇੱਕੋ ਜਿਹੀ ਪੋਸ਼ਾਕ ਪਹਿਨ ਕੇ, ਕੇਸਰੀ ਰੰਗ ਦੀਆਂ ਦਸਤਾਰਾਂ, ਸਫੇਦ ਰੰਗ ਦੇ ਬਸਤਰ, ਔਰ ਉਹ ਸਾਜ਼ ਲੈ ਕੇ, ਤੰਤੀ ਸਾਜ਼, ਹੋਰ ਸਾਜ਼ ਲੈ ਕੇ ਇਕੱਠੇ ਰਲ ਕੇ ਕੀਰਤਨ ਗਾਇਨ ਕਰਨਗੇ ਗੁਰਬਾਣੀ ਦਾ, ਨੌਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਦਾ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ 19 ਮਾਰਚ ਨੂੰ ਰਾਤ ਨੂੰ 6 ਤੋਂ 8 ਵਜੇ ਤੱਕ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨੇ। ਆਪ ਜੀ ਨੇ ਇਹਨਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਉਹਨਾਂ ਬੱਚਿਆਂ ਦੀ ਵੀ ਹੌਸਲਾ ਅਫਜ਼ਾਈ ਕਰਨੀ ਹੈ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।